ਕਾਂਚੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜੈ ਗੁਰਦੇਵ ਜੈ ਭੀਮ। ਭਾਰਤ ਦੇ ਅੰਦਰ ਕੁਝ ਹੀ ਦਿਨਾਂ ਤੱਕ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ। ਤਿਆਰੀਆਂ ਸਾਰੇ ਪਾਸੇ ਹੋ ਰਹੀਆਂ ਨੇ। ਇਸ ਆਜ਼ਾਦੀ ਦੇ ਨਾਲ ਜਾਂ ਇਹ ਕਹਿ ਲਈਏ ਕਿ ਕਿਹਨਾਂ ਘਰਾਂ ਦੇ ਵਿੱਚ ਆਜ਼ਾਦੀ ਗਈ ਹੈ ਤੇ ਉਹਦੇ ਵਿੱਚ ਜ਼ਿਕਰ ਆਉਂਦਾ ਖਾਸ ਕਰਕੇ ਸਾਡੇ ਜਿਹੜੇ ਸਫਾਈ ਕਰਮਚਾਰੀ ਹੈਗੇ ਨੇ ਪੂਰੇ ਦੇਸ਼ ਭਰ ਦੇ ਵਿੱਚ, ਉਹਨਾਂ ਦੇ ਹਾਲਾਤ ਜੇ ਗੱਲ ਕਰੀਏ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ, ਦੇਸ਼ ਦੀ ਆਜ਼ਾਦੀ ਦੇ ਮੌਕੇ ਤੇ ਅੱਜ ਵੀ ਉਹਨਾਂ ਦੇ ਹਾਲਾਤ, ਉਹਨਾਂ ਦੇ ਘਰਾਂ ਦੇ ਹਾਲਾਤ ਜਿਉਂ ਦੇ ਤਿਉਂ ਹੀ ਨੇ। ਸਫਾਈ ਸੇਵਕ ਸਭ ਤੋਂ ਵੱਧ ਮਿਹਨਤ ਕਰਦੇ ਨੇ ਤੇ ਉਸ ਕਿੱਤੇ ਨੂੰ ਹੋਰ ਕੋਈ ਅਪਣਾਉਣ ਲਈ ਤਿਆਰ ਨਹੀਂ ਹੈ, ਪਰ ਉਹਨਾਂ ਦਾ ਜਨ ਜੀਵਨ ਕਿਵੇਂ ਦਾ ਹੈ ਉਹ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ। ਤੇ ਇਹਨਾਂ ਦੇ ਜੀਵਨ ਦੇ ਉੱਤੇ ਵਿਸ਼ੇਸ਼ ਤੌਰ ਤੇ ਚਰਚਾ ਕਰਨ ਦੇ ਲਈ ਪਹੁੰਚ ਕੀਤੀ ਹੈ ਐਡਵੋਕੇਟ ਤੇ ਲੇਖਕ SL ਵਿਰਦੀ ਸਾਹਿਬ। ਸਵਾਗਤ ਕਰਦੇ ਹਾਂ ਜੀ ਵਿਰਦੀ ਸਾਹਿਬ। ਜੈ ਭੀਮ ਜੈ ਭਾਰਤ ਜੀ। ਵਿਰਦੀ ਸਾਹਿਬ, ਕੀ ਕਹਿਣਾ ਚਾਹੋਗੇ ਜਿਸ ਸਮਾਜ ਦੇ ਵਾਸਤੇ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਨੇ ਚਿੰਤਾ ਕੀਤੀ ਹੈ, ਸਾਡੇ ਗੁਰੂ ਸਾਹਿਬਾਨਾਂ ਨੇ, ਵੱਖ-ਵੱਖ ਰਹਿਬਰ ਸਾਹਿਬਾਨਾਂ ਨੇ ਚਿੰਤਾ ਕੀਤੀ ਹੈ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਜਾਂ ਬਰਾਬਰਤਾ ਲੈ ਕੇ ਆਉਣ ਦੇ ਲਈ। ਅੱਜ ਵਿਸ਼ੇਸ਼ ਚਰਚਾ ਕਰਾਂਗੇ ਕਿ ਜਿਹੜਾ ਸਾਡੇ ਸਫਾਈ ਕਰਮਚਾਰੀ ਹੈਗੇ ਨੇ, ਸਫਾਈ ਸੇਵਕ ਹੈਗੇ ਨੇ, ਸਭ ਤੋਂ ਵੱਡਾ ਰੋਲ ਉਹਨਾਂ ਦਾ ਹੈ ਭਾਰਤ ਦੇ ਵਿੱਚ। ਜਿਵੇਂ ਬਾਕੀ ਅਦਾਰੇ ਹੈਗੇ ਨੇ, ਬਾਕੀ ਆਪਣੀ ਆਪਣੀ ਡਿਊਟੀਜ਼ ਦੇ ਰਹੇ ਨੇ, ਇਵੇਂ ਹੀ ਸਫਾਈ ਸੇਵਕਾਂ ਦਾ ਵੀ ਵੱਡਾ ਰੋਲ ਹੈਗਾ। ਪਰ ਉਹਨਾਂ ਦਾ ਜਿਹੜਾ ਜਨ ਜੀਵਨ ਜਿਉਂ ਦੀ ਤਿਉਂ ਉਹਨਾਂ ਮੁਸ਼ਕਲਾਂ ਦੇ ਵਿੱਚ ਹੀ ਅੱਜ ਵੀ ਗੁਜ਼ਰ ਰਿਹਾ। ਕੀ ਕਹਿਣਾ ਚਾਹੋਗੇ ਸਰਕਾਰ ਦੀ ਉਹਨਾਂ ਨੂੰ ਦੇਣ, ਜਾਂ ਉਹਨਾਂ ਦੀ ਸਰਕਾਰ ਵੱਲੋਂ ਕੀ ਦੇਣ ਹੋਣੀ ਚਾਹੀਦੀ ਸੀ? ਨਿਰਮਲ ਗੁੜਾ ਜੀ, ਜਿੱਥੋਂ ਤੱਕ ਸਫਾਈ ਕਰਮਚਾਰੀਆਂ, ਮਜ਼ਦੂਰਾਂ ਜਾਂ ਆਧੁਨਿਕ ਸਮੇਂ 'ਚ ਉਹਨਾਂ ਨੂੰ ਵਾਲਮੀਕ ਸਮਾਜ ਦੇ ਤੌਰ 'ਤੇ ਵੀ ਪੁਕਾਰਿਆ ਜਾਂਦਾ ਹੈਗਾ ਜੀ, ਉਹਨਾਂ ਦਾ ਜੀਵਨ ਜਿਹੜਾ ਹੈ ਬਹੁਤ ਹੀ ਦੁਖਦਾਈ ਹੈ ਉਸ ਸਮਾਜ ਦਾ। ਔਰ ਜਦੋਂ ਅਸੀਂ ਉਹਨਾਂ ਦੇ ਇਤਿਹਾਸ 'ਤੇ ਨਜ਼ਰ ਮਾਰਦੇ ਹਾਂ ਨਾ ਤਾਂ ਗਸ਼ ਪੈਂਦੇ ਹੈਗੇ ਆ ਔਰ ਅੱਖਾਂ ਨਮ ਹੋ ਜਾਂਦੀਆਂ ਹੈਗੀਆਂ ਬਈ ਇਹ ਦੇਸ਼ ਦੇ ਅਸਲੀ ਜਿਹੜੇ ਵਾਰਸ ਹੈਗੇ ਆ, ਇਹ ਅੱਜ ਵੀ ਕਿਉਂ ਜਿਹੜੇ ਤਿਰਸਕਾਰੇ ਜਾ ਰਹੇ ਹੈਗੇ ਆ। ਇਹਨਾਂ ਦਾ ਬੜਾ ਛਾਨਾ ਮੱਤੇ ਇਤਿਹਾਸ ਹੈ। ਜੇ ਅਸੀਂ ਇਤਿਹਾਸ ਤੇ ਗੁੜਾ ਜੀ ਨਜ਼ਰ ਮਾਰੀਏ ਜੀ ਤਾਂ ਪਹਿਲੀ ਵਾਰੀ ਭਾਰਤ ਦੇ ਵਿੱਚ ਜੇ ਕੋਈ ਦਲਿਤਾਂ ਦਾ ਬਾਦਸ਼ਾਹ ਬਣਿਆ ਤਾਂ ਉਹ ਇਸ ਹੀ ਸਮਾਜ ਵਿੱਚ ਪੈਦਾ ਹੋਇਆ ਖੁਸਰੋ ਭੰਗੀ ਜੀ, ਉਹ ਬਣਿਆ ਜੀ। ਔਰ ਇਸੇ ਤਰ੍ਹਾਂ ਜਿਹੜਾ ਸਾਡੇ ਦੇਸ਼ ਦੀ ਆਜ਼ਾਦੀ ਦਾ ਪਹਿਲਾ ਗਦਰ ਕਿਹਾ ਜਾਂਦਾ ਹੈਗਾ ਜਾਂ ਸੰਗਰਾਮ ਕਿਹਾ ਜਾਂਦਾ ਹੈਗਾ, 1857 ਦਾ ਗਦਰ ਹੈ, ਉਹਨੂੰ ਮੰਗਲ ਪਾਂਡੇ ਦੇ ਨਾਲ ਜੋੜ ਦਿੱਤਾ ਜਾਂਦਾ ਹੈਗਾ ਜੀ। ਜਦ ਕਿ ਅਸਲੀਅਤ ਇਹ ਨਹੀਂ ਹੈ। ਇਹ 1857 ਦਾ ਜਿਹੜਾ ਪਹਿਲਾ ਸਾਡਾ ਆਜ਼ਾਦੀ ਅੰਦੋਲਨ ਹੈ, ਉਹ ਜਿਹੜੀ ਮਾਤਾ ਲਾਜੋ ਤੇ ਉਹਦੇ ਘਰ ਵਾਲਾ ਜਿਹੜਾ ਮਾਤਾ ਦੀਨ ਭੰਗੀ ਹੈ, ਉਹਦਾ ਪੂਰਾ ਨਾਂ, ਉਹਨਾਂ ਤੋਂ ਸ਼ੁਰੂ ਹੁੰਦਾ ਹੈਗਾ। ਤੇ ਅੱਜ ਆਪਾਂ, ਕਿਉਂਕਿ ਇਹ ਇਤਿਹਾਸ ਦੀਆਂ ਗੱਲਾਂ ਨੇ, ਇਹ ਆਪਾਂ ਬਾਅਦ 'ਚ ਵੀ ਕਰ ਲਵਾਂਗੇ ਜੀ, ਪਰ ਗੁੜਾ ਜੀ ਆਪਾਂ ਪਹਿਲਾਂ ਅੱਜ ਜੋ ਹੁਣ ਦੇ ਸਮੇਂ 'ਚ ਜੀ, ਇਹ ਜਿਹੜਾ ਸਫਾਈ ਮਜ਼ਦੂਰ ਸਮਾਜ ਹੈ, ਇਹਦਾ ਕੀ ਦੁੱਖ ਦਰਦ ਨੇ, 75 ਸਾਲ ਦੀ ਆਜ਼ਾਦੀ 'ਚ ਇਹਨਾਂ ਨੂੰ ਕੀ ਮਿਲਿਆ ਹੈਗਾ ਆ ਤੇ ਕਿਹੋ ਜਿਹਾ ਇਹ ਜੀਵਨ ਜੀ ਰਹੇ ਹੈਗੇ ਆ, ਉਹਦੇ ਤੇ ਆਪਾਂ ਅੱਜ ਚਰਚਾ ਕਰਾਂਗੇ ਜੀ। ਇਹ ਦੇਸ਼ ਦੇ ਵਿੱਚ ਜਦੋਂ ਵੀ ਮਨੁੱਖ ਗੰਦਗੀ ਪੈਦਾ ਕਰਦਾ ਹੈਗਾ ਤਾਂ ਸਮੁੱਚੇ ਭਾਰਤ ਦੇ ਵਿੱਚ ਉਹ ਗੰਦਗੀ ਨੂੰ ਜਿਹੜਾ ਸਾਫ਼ ਸਫਾਈ ਦਾ ਕੰਮ ਹੈ। ਹੁਣ ਤਾਂ ਮਾਡਰਨ ਟਾਇਲਟਸ ਆ ਗਈਆਂ ਹੈਗੀਆਂ ਜੀ, ਪਰ ਪਿੱਛੇ ਚੁੱਲ੍ਹਾ ਹੁੰਦੀਆਂ ਸੀ, ਚੁੱਲ੍ਹਾ ਟੱਟੀਆਂ।
ਔਰ ਕਿੱਦਾਂ ਇਹ ਸਮਾਜ ਦੇ ਜਿਹੜੇ ਬਜ਼ੁਰਗ ਹੈ ਸਾਡੇ, ਕਿਵੇਂ ਉਹ ਚੱਕ ਕੇ ਪੀਪਿਆਂ 'ਚ ਟੋਕਰੀਆਂ 'ਚ ਪਾ ਕੇ ਸਿਰਾਂ ਤੇ ਰੱਖਣੇ ਔਰ ਚੋਂਦੇ ਹੋਣੇ, ਪੀਪੇ ਟੋਕਰੀਆਂ ਚੋਂਦੀਆਂ ਹੋਣੀਆਂ, ਗੰਦ ਜਾਣੀ ਉਹਨਾਂ 'ਚੋਂ ਉਹਨਾਂ ਦੇ ਮੂੰਹ ਤੇ ਪੈਣਾ, ਕੱਪੜਿਆਂ ਤੇ ਪੈਣਾ। ਇਹ ਵੀ ਹੰਡਾਇਆ ਹੈਗਾ ਇਹ ਸਮਾਜ ਨੇ। ਤੇ ਅੱਜ ਜੇ ਕੋਈ ਵਿਗਿਆਨ ਨੇ ਤਰੱਕੀ ਕੀਤੀ ਹੈਗੀ ਆ, ਪਖਾਨਾ ਕਰਨ ਦੇ, ਲੈਟਰਿਨ ਕਰਨ ਦੇ ਢੰਗ ਤਰੀਕੇ ਬਦਲ ਗਏ ਹੈਗੇ ਆ, ਪਰ ਇਹਨਾਂ ਦਾ ਜੀਵਨ ਨਹੀਂ ਬਦਲਿਆ। ਇਹ ਸਮਾਜ ਜਿਹੜਾ ਆ, ਦੇਖੋ ਗੁੜਾ ਜੀ, ਆਪਣੇ ਦੇਸ਼ ਦੀ ਜਿਹੜੀ ਬਾਰਡਰਾਂ ਦੇ ਉੱਤੇ ਮਿਲਟਰੀ ਆ ਜੀ, ਅਸੀਂ ਉਹਨਾਂ ਨੂੰ ਆਪਣੀ ਸੁਰੱਖਿਆ ਦੇ ਯੋਧੇ ਕਹਿੰਦੇ ਹੈਗੇ ਜੀ। ਔਰ ਜਦੋਂ ਵੀ ਸਾਡੇ ਸਿਪਾਹੀ ਜਿਹੜੇ ਫੌਜ ਦੇ ਸੁਰੱਖਿਆ ਤੇ ਲੜਦੇ, ਸਮਾਜ ਦੀ ਰੱਖਿਆ, ਦੇਸ਼ ਦੀ ਰੱਖਿਆ ਕਰਦੇ ਸ਼ਹੀਦ ਹੁੰਦੇ ਹੈਗੇ ਆ, ਅਸੀਂ ਉਹਨਾਂ ਦਾ ਸਨਮਾਨ ਕਰਦੇ ਹੈਗੇ ਆ ਜੀ, ਉਹਨਾਂ ਨੂੰ ਵੱਡੇ ਵੱਡੇ ਇਨਾਮ ਦਿੰਦੇ ਹੈਗੇ ਆ। ਤੇ ਅੱਛੀ ਗੱਲ ਹੈ, ਇਹ ਹੋਣਾ ਚਾਹੀਦਾ ਹੈ। ਯੋਧਿਆਂ ਦਾ ਸਨਮਾਨ ਇਸੇ ਤਰ੍ਹਾਂ ਹੁੰਦਾ ਹੀ ਰਹਿਣਾ ਚਾਹੀਦਾ ਹੈਗਾ ਜੀ। ਪਰ ਇਹ ਜਿਹੜਾ ਸਫਾਈ ਮਜ਼ਦੂਰ ਸਮਾਜ ਹੈ, ਇਹ ਵੀ ਸੁਰੱਖਿਆ ਯੋਧਿਆਂ ਤੋਂ ਘੱਟ ਨਹੀਂ ਹੈਗਾ ਜੀ, ਕਿਉਂਕਿ ਉਹ ਬਾਰਡਰ ਦੇ ਉੱਤੇ ਸਾਡੀ ਸੁਰੱਖਿਆ ਕਰਦੇ ਹੈਗੇ ਆ, ਤੇ ਇਹ ਸਾਡੀ ਸਮਾਜ ਦੇ ਵਿੱਚ ਸੁਰੱਖਿਆ ਕਰਦੇ ਹੈਗੇ ਆ। ਤੇ ਸਮਾਜ ਦੀ ਜਿੰਨੀ ਵੀ ਗੰਦਗੀ ਮਨੁੱਖ ਪੈਦਾ ਕਰਦਾ ਹੈਗਾ, ਉਹਨੂੰ ਇਹ ਲਿਜਾ ਕੇ ਬਾਹਰ ਸੁੱਟਦੇ ਹੈਗੇ, ਜਿਸ ਕਰਕੇ ਸਾਡਾ ਜੀਵਨ ਤੰਦਰੁਸਤ ਰਹਿੰਦਾ ਹੈਗਾ ਔਰ ਅਸੀਂ ਮੌਤ ਤੋਂ, ਬਿਮਾਰੀਆਂ ਤੋਂ ਬਚਦੇ ਹੈਗੇ ਆ ਜੀ। ਇਸ ਲਈ ਅਸੀਂ ਤਾਂ ਇਹ ਮੰਗ ਕਰਦੇ ਹੈਗੇ ਆ ਬਈ ਇਹ ਜਿਹੜਾ ਸਫਾਈ ਦਾ ਕਿੱਤਾ ਹੈਗਾ, ਕੰਮ ਹੈਗਾ, ਇਹਨੂੰ ਜਿਹੜਾ ਸੁਰੱਖਿਅਤ ਕਿੱਤਾ ਐਲਾਨ ਕੀਤਾ ਜਾਣਾ ਚਾਹੀਦਾ ਹੈਗਾ ਜੀ। ਕਿਉਂਕਿ ਜਦੋਂ ਇਹ ਸੀਵਰਾਂ ਦੇ ਵਿੱਚ ਵੜ ਕੇ ਬੰਦ ਹੋਏ ਸੀਵਰ, ਜਿਹੜੇ ਗਲੀਆਂ ਜਦੋਂ ਭਰ ਜਾਂਦੀਆਂ ਗੰਦਗੀ ਨਾਲ, ਘਰਾਂ 'ਚ ਜਾਣ ਲੱਗ ਪੈਂਦਾ ਹੈਗਾ, ਤੇ ਉਹ ਸੀਵਰ ਚਲਾਉਣ ਦੇ ਲਈ, ਉਹਨਾਂ ਨੂੰ ਖਾਲੀ ਕਰਨ ਦੇ ਲਈ ਇਹ ਲੋਕ ਸੀਵਰਾਂ 'ਚ ਇਹਨਾਂ ਦੇ ਨੌਜਵਾਨ ਉਤਰਦੇ ਹੈਗੇ ਆ, ਪਰ ਕਿਉਂਕਿ ਥੱਲੇ ਗੈਸਾਂ ਪੈਦਾ ਹੋਈਆਂ ਹੁੰਦੀਆਂ ਹੈਗੀਆਂ ਗੰਦਗੀ ਕਾਰਨ, ਇਹ ਉਸੇ ਤਰ੍ਹਾਂ ਉੱਥੇ ਵਿੱਚ ਕਈ ਜਿਹੜੇ ਸ਼ਹੀਦ ਹੋ ਜਾਂਦੇ ਹੈਗੇ ਆ। ਔਰ ਅੱਜ ਤੱਕ ਸਰਕਾਰੀ ਅੰਕੜਿਆਂ ਦੇ ਮੁਤਾਬਕ ਗੁੜਾ ਜੀ, ਇਹ ਘੱਟੋ ਘੱਟ ਵੀ ਜਿਹੜਾ 2 ਲੱਖ ਤੱਕ ਇਹ ਸੀਵਰਾਂ ਦੇ ਵਿੱਚ ਇਹਨਾਂ ਦੇ ਨੌਜਵਾਨ ਜਿਹੜੇ ਆ, ਇਸ ਸਮਾਜ ਦੇ, ਵਾਲਮੀਕੀ ਸਮਾਜ ਦੇ, ਉਹ ਸ਼ਹੀਦੀਆਂ ਪਾ ਚੁੱਕੇ ਹੈਗੇ ਆ। ਪਰ ਸਰਕਾਰਾਂ ਨੇ ਕੋਈ ਇਹਦੇ ਪ੍ਰਬੰਧ ਨਹੀਂ ਕੀਤੇ ਹੈਗੇ। ਸਰਕਾਰਾਂ ਕੋਈ ਇਹਨਾਂ ਦੇ ਲਈ, ਇਹਨਾਂ ਦੇ ਗਾਂ ਪਰਿਵਾਰ ਜਿਹੜਾ ਆ ਵਿਧਵਾ ਹੋ ਗਈ, ਉਹਦੀ ਔਰਤ, ਉਹਦੇ ਬੱਚੇ ਯਤੀਮ ਹੋ ਗਏ ਹੈਗੇ ਆ, ਉਹਨਾਂ ਦੇ ਰੁਜ਼ਗਾਰ ਦਾ, ਉਹਨਾਂ ਦੇ ਵਸੇਬੇ ਦਾ, ਉਹਨਾਂ ਦੇ ਖਾਣੇ ਦਾ ਕੋਈ ਜਿਹੜਾ ਉਹਨਾਂ ਨੂੰ ਨਹੀਂ ਕੀਤਾ ਜਾਂਦਾ ਹੈਗਾ। ਬਿਲਕੁਲ। ਬਲਕਿ ਗੁੜਾ ਜੀ ਬੜੇ ਦੁੱਖ ਨਾਲ ਇਹ ਦੱਸਣਾ ਪੈ ਰਿਹਾ ਤੁਹਾਨੂੰ ਬਈ ਇਹਨਾਂ ਨੂੰ ਕੁਝ ਮਦਦ ਦੇਣ ਦੀ ਬਜਾਏ ਇਹਨਾਂ ਤੋਂ ਖੋਇਆ ਜਾ ਰਿਹਾ ਹੈ। ਹੁਣ ਸਾਡੇ ਦੇਸ਼ ਦਾ ਜਿਹੜਾ ਸਭ ਤੋਂ ਵੱਡਾ ਅਦਾਰਾ ਆ ਜੀ, ਉਹ ਰੇਲਵੇ ਆ ਜੀ। ਸਭ ਤੋਂ ਵੱਧ ਜਿਹੜੇ ਮੁਲਾਜ਼ਮ ਆ ਉਹ ਰੇਲਵੇ ਦੇ ਵਿੱਚ ਜੀ ਆ। ਤੇ ਬਜਟ ਵੀ ਇਹ ਜਿਹੜਾ ਜਨਰਲ ਬਜਟ ਤੋਂ ਬਾਅਦ ਦੂਜਾ ਬਜਟ ਰੇਲਵੇ ਦਾ ਹੀ ਸਾਡੇ ਹੁੰਦਾ ਹੈਗਾ ਆ ਜੀ। ਹੁਣ ਰੇਲਵੇ ਜਿਹੜਾ ਆ ਉਹਦੇ ਵਿੱਚ 13,08,000 ਜਿਹੜਾ ਮੁਲਾਜ਼ਮ ਕੰਮ ਕਰਦਾ ਰੇਲਵੇ ਮਹਿਕਮੇ 'ਚ ਜੀ, ਜਿਹਦੇ ਵਿੱਚੋਂ 4 ਲੱਖ ਜਿਹੜਾ ਆ ਉਹ ਸਫਾਈ ਮਜ਼ਦੂਰ ਆ ਜੀ। ਕਿਉਂਕਿ ਗੱਡੀਆਂ ਦੀ, ਰੇਲਵੇ ਸਟੇਸ਼ਨਾਂ ਦੀ ਸਫਾਈ ਕਰਨੀ, ਹੋਰ ਸਾਰਾ ਸਾਫ਼ ਕਰਨਾ ਇਹਨਾਂ ਦਾ ਹੈ ਜੀ। ਔਰ ਬੜਾ ਦੁਖਾਂਤ ਆ ਵੀ ਇਹਨਾਂ ਤੋਂ ਬਿਨਾਂ ਦੂਜਾ ਕੋਈ ਸਮਾਜ ਇਹਨਾਂ ਸਾਫ਼ ਸਫਾਈ ਦੇ ਕੰਮ 'ਚ ਆਉਂਦਾ ਨਹੀਂ ਹੈਗਾ, ਲੱਗਦਾ ਨਹੀਂ ਹੈਗਾ। ਪਰ ਆ ਜਿਹੜੀ ਸਰਕਾਰ ਹੈ ਸਾਡੀ, ਇਹਨੇ ਹੁਣ ਕੀ ਕੀਤਾ ਬਈ ਜਿਹੜੇ ਸਫਾਈ ਮਜ਼ਦੂਰ ਆ, ਜਿੱਦਾਂ ਹੁਣ ਸਾਡੇ ਦੇਸ਼ 'ਚ ਪ੍ਰਾਈਵੇਟੇਸ਼ਨ ਚੱਲ ਰਿਹਾ ਹੈ ਜੀ, ਜਿਹੜਾ ਪਹਿਲਾਂ ਨਿੱਜੀਕਰਨ ਆ, ਇਹ ਸਰਕਾਰੀ ਅਦਾਰੇ ਹੈਗੇ ਆ, ਪਰ ਇਹ ਨਿੱਜੀਕਰਨ ਕਰ ਰਹੇ ਹੈਗੇ ਆ ਜੀ। ਔਰ ਇਹਨੀ ਰੇਲਵੇ ਦਾ ਨਿੱਜੀਕਰਨ ਦਾ ਵੀ ਐਲਾਨ ਸਰਕਾਰ ਨੇ ਕੀਤਾ ਹੋਇਆ ਹੈ। ਔਰ ਜਦ ਕੀਤਾ ਹੋਇਆ ਤਾਂ ਇਹਨਾਂ ਨੇ, ਮਜ਼ਦੂਰਾਂ ਨੇ ਆਪਣੀ ਜਿਹੜੀ ਆ ਐਜੀਟੇਸ਼ਨ ਕੀਤੀ ਔਰ ਉਹਨਾਂ ਨੇ ਉਹਨਾਂ ਦੀ ਨਹੀਂ ਗੱਲ ਸੁਣੀ।
ਸਰਕਾਰ ਨੇ, ਔਰ ਉਹਨਾਂ ਨੇ ਇਹ ਜਿਹੜੇ 4 ਲੱਖ ਸਫਾਈ ਮਜ਼ਦੂਰ ਸੀਗੇ ਇਹਨਾਂ ਦਾ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਦਿੱਤਾ। ਜੀ ਜੀ ਜੀ। ਪਹਿਲਾਂ ਹੁਣ ਇਹ 4 ਲੱਖ ਜਿਹੜੇ ਸਫਾਈ ਮੁਲਾਜ਼ਮ ਸੀ, ਮਜ਼ਦੂਰ ਸੀਗੇ, ਇਹਨਾਂ ਨੂੰ 30 40 ਹਜ਼ਾਰ ਤਨਖਾਹ ਮਿਲਦੀ ਸੀ ਜੀ, ਔਰ ਇਹਨਾਂ ਦੇ ਬੱਚੇ ਉਹਦੇ ਨਾਲ ਪੜ੍ਹ ਸਕਦੇ ਸੀ, ਇਹਨਾਂ ਦਾ ਵਸੇਬਾ ਅੱਛਾ ਹੁੰਦਾ ਸੀਗਾ। ਪਰ ਜਿਉਂ ਦਾ ਇਹਨੀ ਠੇਕੇਦਾਰੀ ਸਿਸਟਮ ਲਿਆਂਦਾ ਹੈਗਾ ਔਰ ਉਸ ਦੇ ਨਾਲ ਇਹਨੇ ਠੇਕੇਦਾਰ ਕਹਿੰਦਾ ਕੰਮ ਕਰਨਾ ਤਾਂ ਕਰੋ, ਰੁਪਈਆ ਤੁਹਾਨੂੰ 4000 ਮਿਲਣਾ, 5000 ਮਿਲਣਾ, ਵੱਧ ਤੋਂ ਵੱਧ 8000 ਜਿਹੜਾ ਕੋਈ ਟੈਕਨੀਕਲ ਹੈ। ਹੁਣ ਉਹਨਾਂ ਨੂੰ ਠੇਕੇ ਦੇ ਉੱਤੇ ਇਹਨਾਂ ਨੇ 40 ਹਜ਼ਾਰ ਲੈਣ ਵਾਲਿਆਂ ਨੂੰ ਇਹਨਾਂ ਨੇ 5 6 ਹਜ਼ਾਰ ਦੀਆਂ ਤਨਖਾਹਾਂ ਦੇ ਉੱਤੇ ਰੱਖ ਕੇ ਉਹਨਾਂ ਦਾ ਜਿਹੜਾ ਜੀਵਨ ਹੈ ਨਾ ਉਹਨੂੰ ਹੋਰ ਦੁਖੀ ਕਰ ਦਿੱਤਾ ਹੈਗਾ ਜੀ। ਔਰ ਹੁਣ ਇਸੇ ਤਰ੍ਹਾਂ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਸਾਰੇ ਸ਼ਹਿਰ ਆ, ਉਹਦਾ ਪ੍ਰਬੰਧ ਸ਼ਹਿਰ ਦਾ ਕਰਨ ਲਈ ਕਾਰਪੋਰੇਸ਼ਨਾਂ, ਨਗਰ ਨਿਗਮ, ਮਿਊਨਿਸਪੈਲਿਟੀਆਂ ਹੈਗੀਆਂ, ਉੱਥੇ ਵੀ ਸਾਫ਼ ਸਫਾਈ ਸ਼ਹਿਰ ਦੀ ਦਾ ਇਹੀ ਕੰਮ ਕਰਦੇ ਹੈਗੇ ਆ, ਮਜ਼ਦੂਰ ਸਫਾਈ ਮਜ਼ਦੂਰੀ ਕਰਦੇ ਹੈਗੇ ਆ। ਤੇ ਉਹਨਾਂ ਨੇ ਵੀ ਹੁਣ ਉਹ ਸਰਕਾਰੀ ਜਿਹੜਾ ਛੱਡ ਕੇ ਇਹਨਾਂ ਦੀਆਂ ਨੌਕਰੀਆਂ ਉੱਥੋਂ ਇਹਨਾਂ ਨੂੰ ਕੱਢ ਦਿੱਤਾ ਹੈਗਾ ਔਰ ਇਹ ਸਫਾਈ ਦਾ ਕੰਮ ਠੇਕੇ ਤੇ ਦੇ ਦਿੱਤਾ ਹੈਗਾ। ਹੁਣ ਇਹਨਾਂ ਨੂੰ 4 ਹਜ਼ਾਰ ਦੇ ਉੱਤੇ ਰੱਖਦੇ ਹੈਗੇ ਆ ਔਰ ਉਹ ਵੀ ਇਹਨਾਂ ਦਾ ਬੜਾ ਸ਼ੋਸ਼ਣ ਕਰਦੇ ਹੈਗੇ ਆ ਔਰ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਜੀਵਨ ਆ ਬਹੁਤ ਹੀ ਜਿਹੜਾ ਦੁਖਦਾਈ ਹੋ ਗਿਆ ਹੈਗਾ ਆ। ਔਰ ਜੇ ਪ੍ਰਾਈਵੇਟੇਸ਼ਨ ਹੋ ਜਾਣਾ ਹੈਗਾ ਆ ਤਾਂ ਉੱਥੇ ਮਿਲਣਾ ਕੱਖ ਨਹੀਂ, ਕੋਈ ਸੀਵਰ 'ਚ ਮਰ ਜਾਏ, ਕੋਈ ਉੱਦਾਂ ਕਿਸੇ ਸਾਫ਼ ਕਰ ਰਿਹਾ ਸੜਕ ਪਿੱਛੋਂ ਗੱਡੀ ਨਾ ਆ ਕੇ ਮਾਰਿਆ, ਕੋਈ ਐਕਸੀਡੈਂਟ ਹੋ ਜਾਏ, ਕੁਛ ਨਹੀਂ ਉਹਨਾਂ ਨੂੰ ਇਹ ਦਿੰਦੇ ਹੈਗੇ। ਜਿੱਦਾਂ ਪ੍ਰਾਈਵੇਟ ਕੰਪਨੀਆਂ ਆਪਣੇ ਭੋਪਾਲ ਗੈਸ ਕਾਂਡ ਹੋਇਆ ਸੀ ਨਾ, ਤੁਹਾਨੂੰ ਯਾਦ ਹੋਣਾ, ਉਹਦੇ ਵਿੱਚ ਦੇਖੋ 2500 ਬੰਦਾ ਮਰ ਗਿਆ, 2000 ਅੰਗਹੀਣ ਹੋ ਗਿਆ। ਜੀ ਜੀ। ਉਹ ਪ੍ਰਾਈਵੇਟ ਕੰਪਨੀ ਸੀ ਅਮਰੀਕਾ ਦੀ ਤੇ ਉਹ ਇੱਥੋਂ ਦੌੜ ਗਏ ਜੀ, ਕਿਸੇ ਨੂੰ ਕੁਛ ਨਹੀਂ ਮਿਲਿਆ ਅਜੇ ਤੱਕ, ਬਿਲਕਦੇ ਲੋਕ ਸਾਰੇ ਹੀ। ਇਸੇ ਤਰ੍ਹਾਂ ਜਿਹੜਾ ਪ੍ਰਾਈਵੇਟੇਸ਼ਨ ਜਿਹੜਾ ਹੋ ਰਿਹਾ ਹੈਗਾ, ਸਭ ਤੋਂ ਵੱਧ ਜਿਹੜਾ ਇਹ ਡੈਮੇਜ ਜਾਂ ਨੁਕਸਾਨ ਹੈ ਇਹ ਜਿਹੜਾ ਸਫਾਈ ਮਜ਼ਦੂਰ ਵਰਗ ਆ, ਵਾਲਮੀਕੀ ਸਮਾਜ ਹੈ, ਉਹਨੂੰ ਕਰ ਰਿਹਾ ਹੈਗਾ। ਔਰ ਇਸ ਕਰਕੇ ਸਾਡੇ ਦੇਸ਼ ਨੂੰ, ਸਾਡੇ ਜਿਹੜੇ ਬੁੱਧੀਜੀਵੀ ਆ, ਸਾਡੇ ਪੜ੍ਹੇ ਲਿਖੇ ਲੋਕ ਹੈਗੇ ਆ, ਉਹਨਾਂ ਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਔਰ ਖੜ ਕੇ ਇਹਨਾਂ ਦਾ ਅੰਦੋਲਨ ਜਿਹੜਾ ਆ ਪ੍ਰਾਈਵੇਟੇਸ਼ਨ ਦੇ ਖਿਲਾਫ ਜਿਹੜਾ ਹੈ ਉਹਦੇ ਲਈ ਜਿਹੜੇ ਅੰਦੋਲਨ ਦੇ ਵਿੱਚ ਸਹਾਈ ਹੋਣਾ ਚਾਹੀਦਾ ਹੈਗਾ, ਤਾਂ ਜੋ ਇਹ ਸਮਾਜ ਦਾ ਜਿਹੜਾ ਪਛੜਿਆ ਵਰਗ ਹੈ ਇਹ ਵੀ ਆਪਣਾ ਇਹ 75 ਸਾਲਾਂ ਦੀ ਆਜ਼ਾਦੀ 'ਚ ਜਿਹਦਾ ਜੀਵਨ ਨਹੀਂ ਸੁਧਰਿਆ ਹੈਗਾ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕੇ। ਬਿਲਕੁਲ ਜੀ, ਆਜ਼ਾਦੀ ਦਾ ਨਿੱਘ ਮਾਣ ਸਕੇ। ਬਿਰਦੀ ਸਾਹਿਬ ਕੀ ਕਹਿਣਾ ਚਾਹੋਗੇ ਖਾਸ ਕਰਕੇ ਜਿਹੜਾ ਸਫਾਈ ਮਜ਼ਦੂਰ ਦਾ ਪਰਿਵਾਰ ਹੈਗਾ ਆ, ਜਿਵੇਂ ਇਹ ਗੱਲ ਕਹਿ ਲਈਏ ਕਿ ਜਦੋਂ ਕਿਸੇ ਦੇ ਘਰ ਦੇ ਬੱਚੇ ਨੇ ਜਨਮ ਲੈਣਾ ਤਾਂ ਉਹਨਾਂ ਦੀ ਬਸ ਇਹੀ ਹੁੰਦੀ ਆ ਵੀ ਇਹਨਾਂ ਨੂੰ ਅਸੀਂ ਕਿੱਥੇ ਫਿੱਟ ਕਰਨਾ ਹੈਗਾ, ਜਾਂ ਇਹ ਕਹਿ ਲਈਏ ਜਦੋਂ ਉਹਨਾਂ ਦਾ ਸੰਘਰਸ਼ ਵੀ ਇਹ ਹੁੰਦਾ ਆ ਤਾਂ ਉਹ ਇਹੀ ਹੁੰਦਾ ਵੀ ਅਸੀਂ ਕਮੇਟੀ ਦੇ ਵਿੱਚ ਸਾਨੂੰ ਪੱਕਿਆਂ ਕੀਤਾ ਜਾਵੇ, ਜਾਂ ਇਹ ਹੁੰਦਾ ਵੀ ਸਾਨੂੰ ਰੱਖਿਆ ਜਾਵੇ। ਕੀ ਕਹਿਣਾ ਚਾਹੋਗੇ ਵੀ ਇਹ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਗਿਆਨ ਦੀ ਕਮੀ ਆ ਜਾਂ ਵਿੱਦਿਆ ਦੀ ਕਮੀ ਆ, ਜਿਹਦੇ ਕਰਕੇ ਉਹ ਆਪ ਵਿੱਦਿਆ ਹਾਸਲ ਕਰਕੇ ਹੋਰ ਵੀ ਅੱਛੇ ਕੰਮਾਂ ਦੇ ਉੱਤੇ ਜਿਹੜਾ ਪਹੁੰਚਿਆ ਜਾ ਸਕਦਾ, ਜਾਂ ਰਾਜਨੀਤੀ 'ਚ ਵੀ ਪਹੁੰਚਿਆ ਜਾ ਸਕਦਾ, ਜਾਂ ਆਪਣੇ ਹੱਥ ਦੇ ਵਿੱਚ ਸ਼ਕਤੀ ਵੀ ਲਈ ਜਾ ਸਕਦੀ। ਅੱਜ ਜੇ ਗੱਲ ਕਰੀਏ ਤਾਂ ਤੁਹਾਡੇ ਕਹਿਣ ਦੇ ਮੁਤਾਬਕ ਵੀ ਹੈ ਕਿ ਬਹੁਤੀ ਗਿਣਤੀ ਜਿਹੜੀ ਵਾਲਮੀਕ ਸਮਾਜ ਦੀ ਹੀ ਹੈਗੀ ਆ ਸਫਾਈ ਸੇਵਕਾਂ ਦੇ ਵਿੱਚ, ਜੇ ਆਪ ਇਹ ਆਪਣੇ ਆਪ ਨੂੰ ਪਰਿਵਾਰਾਂ ਨੂੰ ਡਿਵੈਲਪ ਕਰਨ ਦੀ ਵੀ ਲੋੜ ਹੈਗੀ ਆ। ਦੇਖੋ ਨਿਰਮਲ ਗੁੜਾ ਜੀ, ਸਾਡੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਵੀ ਇਸ ਵਰਗ 'ਚ ਹੀ ਪੈਦਾ ਹੋਏ ਹੈਗੇ ਜੀ, ਔਰ ਉਹਨਾਂ ਨੇ ਇੱਕ ਵਾਰੀ ਸਫਾਈ ਮਜ਼ਦੂਰਾਂ ਨੂੰ ਸਿੱਖਿਆ ਦਿੰਦਿਆਂ ਕਿਹਾ ਸੀ, ਉਹਨਾਂ ਨੇ ਸਫਾਈ ਮਜ਼ਦੂਰਾਂ ਦੇ ਜਿਹੜੀ ਪਹਿਲੀ ਯੂਨੀਅਨ ਹੈ ਉਹ ਵੀ ਬੰਬੇ ਤੇ ਦਿੱਲੀ ਦੇ ਵਿੱਚ ਸਫਾਈ ਮਜ਼ਦੂਰ ਯੂਨੀਅਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਹੀ ਇਹਨਾਂ ਨੂੰ ਆਰਗੇਨਾਈਜ਼ ਕਰਕੇ ਇਹਨਾਂ ਦੀ ਯੂਨੀਅਨ ਬਣਾਈ ਸੀ ਜੀ, ਔਰ ਉਹਨਾਂ ਨੇ ਹੀ ਇਹਨਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਅੱਗੇ ਲਿਆਂਦਾ ਸੀ। ਤਾਂ ਉਹਨਾਂ ਨੇ ਇੱਕ ਵਾਰੀ ਭਾਸ਼ਣ ਕਰਦੇ ਹੋਏ ਡਾਕਟਰ ਅੰਬੇਡਕਰ ਨੇ ਕਿਹਾ, ਮੇਰੇ भाइयों बहनों बताओ भाई, जब तक आप लोग अपनी सोचन की को नहीं बदलते, अपनी सोच को नहीं बदलते,
तब तक आप में ये परिवर्तन आने वाला नहीं है। जी देखो, बाबा साहब कहते देखो, जब एक ऊंची जात की ब्राह्मण माँ गर्भवती होती है तो उसके मन में ये बात आती है, भाई मेरा जो बच्चा है वो फलानी हाई कोर्ट का जज बने, फलानी जगह बड़ा डायरेक्टर बने, जी, जी। जनरल बने। जी जी उनकी सोच वो होती है। जी पर मेरी माँ और बहनों की सोच जहाँ ही सीमित है, जब वो गर्भवती होती है तो वो इधर नहीं देखती, राजभाग की तरफ, पार्लियामेंट की तरफ नहीं देखती, हाई कोर्ट की तरफ नहीं देखती, वो म्यूनिसिपैलिटी जो है उधर देखती है। भाई इस नगर निगम में, कारपोरेशन में, म्यूनिसिपैलिटी में कौन सी जगह सफाई की, मजदूर की खाली है, मेरा बच्चा उत्थे लग सके। इसलिए बाबा साहब ने उन्होंने कहा, भाई तुसी ये सोच नूं बदलो, अपने बच्चों नूं पढ़ाओ, पढ़ लिख के ਉਹ मैं भी पढ़ लिख के ਤੁਹਾਡੇ ਚੋਂ ਹੀ आया हैगा, वो भी मेरे वांग सब कुछ बन सकते हैगे। ਤੇ ਇਸ ਤਰ੍ਹਾਂ ਉਹਨਾਂ ਨੇ ਇਹ ਜਿਹੜੀ ਗੱਲ ਜਿਹੜੀ ਹੈ ਇਸ ਸਮਾਜ ਦੇ ਲਈ ਉੱਪਰ ਉਠਾਉਣ ਵਾਸਤੇ ਉਹਨਾਂ ਨੇ ਕੀਤੀ ਹੈਗੀ ਆ। ਬੈਦੀ ਸਾਹਿਬ, ਤੁਸੀਂ ਸ਼ੁਰੂਆਤ ਦੇ ਵਿੱਚ ਇੱਕ ਜ਼ਿਕਰ ਕੀਤਾ ਸੀ ਖੁਸਰ ਭੰਗੀ ਤੇ ਲਾਜੋ ਮਾਤਾ ਦੀਨ ਭੰਗੀ ਦੇ ਬਾਰੇ, ਉਹ ਕੌਣ ਹੋਏ ਨੇ? ਨਿਰਮਲ ਗੁੜਾ ਜੀ ਇਹ ਬੜਾ ਇਹ ਜਿਹੜੇ ਮਹਾਂਪੁਰਖ ਹੈਗੇ ਆ ਤਿੰਨੇ ਜੀ, ਇਹਨਾਂ ਦਾ ਬੜਾ ਸ਼ਾਨਾ ਮੱਤੇ ਇਤਿਹਾਸ ਹੈ। ਤੇ ਇਹ ਪੂਰੀ ਜਿਹੜੀ ਉਹਨਾਂ ਦੀ ਇਤਿਹਾਸ ਹੈ ਦੱਸਣ ਲਈ ਆਪਾਂ ਨੂੰ ਵਕਤ ਲੱਗ ਚਾਹੀਦਾ ਹੈ ਜੀ, ਪਰ ਫਿਰ ਵੀ ਮੈਂ ਥੋੜਾ ਜਿਹਾ ਬਰੀਫ ਦੇ ਵਿੱਚ ਉਹਨਾਂ ਦੇ ਬਾਰੇ ਚ ਗੱਲ ਕਰ ਦਿੰਦਾ। ਫਿਰ ਕਿਤੇ ਆਪਾਂ ਵੀਡੀਓ ਇਹਦੇ ਉੱਤੇ ਜ਼ਰੂਰ ਬਣਾਓ ਤਾਂ ਜੋ ਇਹ ਇਤਿਹਾਸ ਜਿਹੜਾ ਸਭ ਤੋਂ ਵੱਧ ਪਛੜਿਆ ਹੋਇਆ ਸਮਾਜ ਆ ਉਹਨੂੰ ਇਹਦੇ ਵਿੱਚ ਚੇਤਨਾ ਮਿਲੇਗੀ। ਬਿਲਕੁਲ। ਖੁਸਰ ਭੰਗੀ ਜਿਹੜਾ ਆ ਉਹ ਗੁਜਰਾਤ ਦਾ ਸੀ ਜੀ, ਚੰਗਾ ਉਹ ਨੌਜਵਾਨ ਤੇ ਉੱਚਾ ਲੰਮਾ ਸੀਗਾ ਜੀ। ਜਦੋਂ ਜਿਹੜਾ ਮੁਗਲ ਜਿਹੜੇ ਆ 712 ਈਸਵੀ ਚ ਸ਼ੁਰੂ ਹੋਏ ਆਪਣੇ ਦੇਸ਼ ਚ ਆਉਣਾ ਬਾਹਰੋਂ, ਤੇ ਉਹ ਜਦੋਂ ਇੱਥੇ ਸਥਾਪਿਤ ਹੋ ਗਏ ਤਾਂ ਜਿਹੜਾ 12ਵੀਂ 13ਵੀਂ ਸਦੀ ਦੇ ਵਿੱਚ ਜਿਹੜਾ ਅਲਾਉਦੀਨ ਖਿਲਜੀ ਜਿਹੜਾ ਬੜਾ ਮਸ਼ਹੂਰ ਹੈ ਇਤਿਹਾਸ ਦੇ ਵਿੱਚ ਬਾਦਸ਼ਾਹ ਜੀ, ਉਹ ਇੱਥੇ ਦਾ ਰਾਜਾ ਸੀ। ਤੇ ਉਹਨੇ ਪਹਿਲਾਂ ਜਿਹੜੇ ਦਲਿਤ ਲੋਕ ਹੈਗੇ ਆ ਉਹਨਾਂ ਦੇ ਫੌਜ ਵਿੱਚ ਜਾਣ ਤੇ ਪਾਬੰਦੀ ਸੀ। ਤੇ ਉਹਨੇ ਦੇਖਿਆ ਬਈ ਇਹ ਜਿਹੜੀ ਕਸ਼ਤਰੀ ਸੈਨਾ ਆ ਉਦੋਂ ਸਿਰਫ ਕਸ਼ਤਰੀ ਫੌਜ ਵਿੱਚ ਹੋ ਸਕਦੇ ਸੀ ਜੀ, ਵੀ ਇਹ ਕਸ਼ਤਰੀ ਸੈਨਾ ਤਾਂ ਸਾਡੇ ਨਾਲ ਦੁਸ਼ਮਣੀ ਹੈਗੀ ਆ, ਇਸ ਕਰਕੇ ਇਹ ਤਾਂ ਸਾਡੇ ਜਿਹੜੇ ਆ ਨਹੀਂ ਹੋ ਸਕਦੇ ਹਮਦਰਦ ਜੀ। ਤਾਂ ਉਹਨਾਂ ਨੇ ਜਿਹੜੇ ਦਲਿਤ ਲੋਕ ਸੀ ਉਹਨਾਂ ਲਈ ਆਪਣੀ ਫੌਜ ਚ ਭਰਤੀ ਖੋਲ ਦਿੱਤੀ ਜੀ। ਅਲਾਉਦੀਨ ਖਿਲਜੀ ਜਿਹੜਾ ਹੈ ਉਹਨੇ ਉਹਦੀ ਫੌਜ ਦੇ ਵਿੱਚ ਇਹ ਜਿਹੜਾ ਖੁਸਰ ਭੰਗੀ ਆ ਇਹ ਭਰਤੀ ਹੋ ਗਿਆ ਜੀ। ਔਰ ਇਹ ਏਡਾ ਨੌਜਵਾਨ ਯੋਧਾ ਸੀ, ਇਹਨਾਂ ਸੀਗਾ, ਤੇ ਇਹ ਬਹੁਤ ਜਲਦੀ ਤਰੱਕੀ ਕਰਕੇ ਉੱਥੇ ਜਿਹੜਾ ਉਹ ਫੌਜਾਂ ਦਾ ਜਰਨੈਲ ਬਣ ਗਿਆ ਜੀ। ਜਦੋਂ ਉਹ ਜਰਨੈਲ ਬਣ ਗਿਆ ਖੁਸਰ ਭੰਗੀ ਤਾਂ ਅਲਾਉਦੀਨ ਖਿਲਜੀ ਜਿਹੜਾ ਉਹਦੀ ਮੌਤ ਹੋ ਗਈ। ਉਹਦੀ ਮੌਤ ਤੋਂ ਬਾਅਦ ਉਹਦਾ ਜਿਹੜਾ ਪੁੱਤਰ ਸੀ ਉਹ ਗੱਦੀ ਦੇ ਉੱਤੇ ਬੈਠਾ ਜੀ, ਮੁਬਾਰਕ ਖਾਂ। ਅਲਾਉਦੀਨ ਖਿਲਜੀ ਦਾ ਜਿਹੜਾ ਪੁੱਤਰ ਸੀ ਉਹ ਗੱਦੀ ਤੇ ਬਹਿ ਗਿਆ ਜੀ। ਜਦ ਉਹ ਗੱਦੀ ਤੇ ਬਹਿ ਗਿਆ ਉਹ ਬੜਾ ਅਜਾਜ਼ ਸੀਗਾ ਜੀ। ਉਹ ਰੋਜ਼ਾਨਾ ਜਿਹੜਾ ਸ਼ਰਾਬ ਕਬਾਬ ਤੇ ਖਾਸ ਤੌਰ ਤੇ ਆਪਣੀਆਂ ਔਰਤਾਂ ਲੜਕੀਆਂ ਦਾ ਰੋਜ਼ ਸ਼ੋਸ਼ਣ ਕਰਦਾ ਹੈ। ਇਹ ਖੁਸਰੋ ਤੋਂ ਦੇਖਿਆ ਨਾ ਗਿਆ ਜੀ। ਜਦ ਇਹ ਤੋਂ ਬਰਦਾਸ਼ਤ ਨਾ ਹੋਇਆ ਵੀ ਇਹ ਕੀ ਕਰਦਾ ਹੈਗਾ, ਤੇ ਉਹਨ ਆਪਣੇ ਜਿਹੜੇ ਬਾਕੀ ਫੌਜ ਵਾਲੇ ਸੀਗੇ ਥੱਲੇ ਵਾਲੇ ਉਹਨਾਂ ਨਾਲ ਸਲਾਹ ਕੀਤੀ, ਬਈ ਦੇਖੋ ਇਹ ਆਪਣਾ ਕਿੱਦਾਂ ਬੇਅਦਬੀ ਕਰਦਾ ਹੈਗਾ ਆਪਣੀਆਂ ਮਾਮਾ ਭੈਣਾਂ ਦੀ, ਹੋਰ ਵੀ ਸਾਰਾ ਹੀ, ਤੇ ਇਸ ਲਈ ਆਪਾਂ ਨੂੰ ਜਿਹੜਾ ਆ ਬਈ ਇਹਦੇ ਖਿਲਾਫ ਬਗਾਵਤ ਕਰ ਦੇਣੀ ਚਾਹੀਦੀ ਹੈ ਜੀ। ਅਲਾਓ ਜਿਹੜਾ ਸੀ ਖੁਸਰ ਭੰਗੀ ਉਹਨੇ ਜਿਹੜਾ ਹੀ ਮੁਬਾਰਕ ਖਾਂ ਉਹਨੂੰ ਜਿਹੜਾ ਮਾਰ ਦਿੱਤਾ। ਮਾਰ ਕੇ ਆਪ ਉਹ ਪਹਿਲੀ ਵਾਰ ਇਹ ਦੇਸ਼ ਦੇ ਵਿੱਚ 13 ਅਪ੍ਰੈਲ 1320 ਨੂੰ ਜੀ, 13 ਅਪ੍ਰੈਲ 1320 ਨੂੰ ਜਿਹੜਾ ਵਿਸਾਖੀ ਆਪਾਂ ਮਨਾਉਂਦੇ ਇਤਿਹਾਸ ਇਹ ਉਹਨੂੰ ਲੁਕਾਉਣ ਦੇ ਲਈ ਸਾਰੀਆਂ ਗੱਲਾਂ ਹੈਗੀਆਂ ਜੀ 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 ਵਿਸਾਖੀ ਵਾਲੀਆਂ ਜੀ। ਕਿਤੇ ਆਪਾਂ ਫੇਰ ਡਿਟੇਲ ਚ ਗੱਲ ਕਰਾਂਗੇ। ਬਿਲਕੁਲ ਬਿਲਕੁਲ। ਤੇ ਉਹ ਬਾਦਸ਼ਾਹ ਬਣ ਗਿਆ। ਹੁਣ ਜਦੋਂ ਬਾਦਸ਼ਾਹ ਬਣ ਗਿਆ ਚਾਹੀਦਾ ਤਾਂ ਇਹ ਸੀ ਬਈ ਇਹ ਦੇਸ਼ ਦੇ ਜਿਹੜੇ ਲੋਕ ਉੱਚ ਜਾਤੀ ਸੀਗੇ, ਕਿਉਂਕਿ ਮੁਸਲਮਾਨ ਉਹਨਾਂ ਨਾਲ ਬੜਾ ਭੈੜਾ ਵਰਤਾਓ ਕਰਦੇ, ਇਦਾਂ ਦੀਆਂ ਗੱਲਾਂ ਵੀ ਆਉਂਦੀਆਂ ਹੈਗੀਆਂ ਇਤਿਹਾਸ ਦੇ ਵਿੱਚ
ਤੇ ਮੁਸਲਮਾਨ ਜੇ ਕੋਈ ਰਾਹ 'ਚ ਤੁਰੇ ਜਾਂਦੇ ਆ ਤਾਂ ਉਹ ਕਿਸੇ ਹਿੰਦੂ ਨੂੰ ਕਹਿੰਦਾ ਉਹ ਮੂੰਹ ਖੋਲ ਮੈਂ ਥੁੱਕਣਾ, ਤਾਂ ਉਹਦੇ ਮੂੰਹ 'ਚ ਥੁੱਕਦਾ ਸੀ। ਔਰ ਬੜੀਆਂ ਜਾਣੀ ਜਿਹੜੀਆਂ ਮਰਜ਼ੀ ਲੜਕੀਆਂ ਔਰਤਾਂ ਚੱਕ ਕੇ ਲੈ ਜਾਂਦੇ ਸੀ। ਚਾਹੀਦਾ ਤਾਂ ਇਹ ਸੀ ਵੀ ਜਿਹੜਾ ਆਪਣੇ ਖੁਸਰੋ ਭੰਗੀ ਬਈ ਉਹਨੇ ਇਹਨਾਂ ਦਾ ਰਾਜ ਖਤਮ ਕਰਕੇ ਆਪਣਾ ਰਾਜ ਸਥਾਪਿਤ ਕਰ ਲਿਆ ਹੈਗਾ। ਬਈ ਇਹ ਜਿਹੜੇ ਆਪਣੇ ਲੋਕ ਸੀਗੇ, ਕਸ਼ਤਰੀ ਫੌਜ ਸੀ, ਉਹ ਜਿਹੜੀ ਆ ਉਹਨਾਂ ਦੇ ਉਹਦੇ ਨਾਲ ਖੜਦੀ। ਪਰ ਕਿਉਂਕਿ ਇਹਨਾਂ ਦੇ ਮਨਾਂ 'ਚ ਇਹ ਗੱਲ ਬੈਠੀ ਹੋਈ ਆ ਵੀ ਸਾਡੇ ਜਿਹੜੇ ਸ਼ਾਸਤਰ ਹੈ ਉਹ ਕਹਿੰਦੇ ਵੀ ਜਿਹੜਾ ਲੋ ਕਾਸਟ ਆ, ਨੀਵੀਂ ਜਾਤ ਦਾ ਬੰਦਾ, ਉਹ ਕਦੀ ਰਾਜਾ ਨਹੀਂ ਬਣ ਸਕਦਾ ਹੈਗਾ। ਜੇ ਉਹ ਰਾਜਾ ਬਣੂਗਾ ਤਾਂ ਉਸ ਰਾਜ ਦੇ ਵਿੱਚ ਇਹਨਾਂ ਦੀ ਜਿਹੜੀ ਉੱਚ ਜਾਤੀਆਂ ਦੀ ਜਿਹੜੀ ਜ਼ਿੰਦਗੀ ਆ ਉਹ ਬੜੀ ਜਿਹੜੀ ਆ ਮਾੜੀ ਰਹੂਗੀ, ਤੇ ਇਸ ਕਰਕੇ ਉਹ ਉਸ ਰਾਜ ਨੂੰ ਖਤਮ ਕਰਨ ਤੇ ਸਾਰੇ ਉਹ ਨਰਕ ਭੋਗਣਗੇ ਜੇ ਉਹ ਅਛੂਤ ਦੇ ਰਾਜ ਵਿੱਚ ਰਹਿੰਦੇ ਹੈਗੇ। ਇਹ ਖੁਸਰੋ ਭੰਗੀ ਅਛੂਤ ਸੀਗਾ। ਤੇ ਉਹਨਾਂ ਨੇ ਕੀ ਕੀਤਾ, ਉਹਨੇ ਇਹਨੂੰ ਫੌਜ ਨੂੰ ਇਹਦੇ ਨਾਲ ਨਹੀਂ ਖੜੇ ਹੋਏ। ਉਹ ਜਿਹੜੀ ਤੁਰਕਾਂ ਦੀ ਫੌਜ ਸੀ, ਉਹ ਮੁਬਾਰਕ ਖਾਂ ਉਹਨਾਂ ਦੀ ਅਲਾਉਦੀਨ ਖਿਲਜੀਆਂ ਦੀ, ਉਹਦੇ ਨਾਲ ਕਸ਼ਤਰੀ ਫੌਜ ਮਰ ਗਈ। ਉਹ ਫੌਜਾਂ ਦੋ ਹੋ ਗਈਆਂ ਤੇ ਇਹਦੀ ਜਿਹੜੀ ਇਕੱਲੀ ਫੌਜ ਰਹਿ ਗਈ। ਇਸ ਕਰਕੇ ਉਹਨੇ ਇਕੱਠੇ ਹੋ ਕੇ ਇਹ ਤੇ ਹਮਲਾ ਕਰਕੇ ਇਹਨੂੰ ਮਾਰ ਦਿੱਤਾ ਤੇ ਮੁੜ ਕੇ ਜਿਹੜਾ ਮੁਗਲਾਂ ਦਾ ਰਾਜ ਆ ਇੱਥੇ ਸਥਾਪਿਤ ਕਰ ਦਿੱਤਾ ਹੈਗਾ। ਇਹ ਇਹਦੀ ਕਹਾਣੀ ਹੈ ਜੀ। ਤੇ ਜਿੱਥੋਂ ਤੱਕ ਲਾਜੋ ਤੇ ਮਾਤਾ ਦੀਨ ਦੀ ਗੱਲ ਹੈਗੀ ਆ, ਲਾਜੋ ਵੀ ਸਫਾਈ ਦਾ ਹੀ ਕੰਮ ਕਰਦੀ ਸੀ ਜੀ। ਤੇ ਜਿਹੜੀ ਕਲਕੱਤੇ ਦੇ ਵਿੱਚ ਛਾਉਣੀ ਸੀਗੀ ਮਿਲਟਰੀ ਦੀ, ਤੇ ਕਿਉਂਕਿ ਵੱਡੇ ਅਫਸਰ ਉਦੋਂ ਅੰਗਰੇਜ਼ ਹੀ ਹੁੰਦੇ ਸੀਗੇ ਤੇ ਸਾਫ ਸਫਾਈ ਦਾ ਕੰਮ ਤਾਂ ਸਫਾਈ ਮਜ਼ਦੂਰੀ ਕਰਦੇ ਸੀਗੇ। ਤੇ ਇਹ ਮਾਤਾ ਲਾਜੋ ਜਿਹੜੀ ਹੈ ਇਹ ਸਫਾਈ ਦਾ ਕੰਮ ਕਰਨ ਗਈ ਇੱਕ ਅੰਗਰੇਜ਼ ਦੇ, ਤਾਂ ਉਹਦੀ ਨੀਤ ਬਦਨੀਤ ਹੋ ਗਈ। ਉਹਨੇ ਇਹਦੀ ਇੱਜ਼ਤ ਨੂੰ ਹੱਥ ਪਾਉਣਾ ਚਾਹਿਆ, ਪਰ ਇਹਨੇ ਉਹਨੂੰ ਬਿਲਕੁਲ ਬਗਾਵਤ ਕਰਕੇ ਉਹਨੂੰ ਡਾਂਟ ਦਿੱਤਾ ਹੈਗਾ ਵੀ ਅਸੀਂ ਗਰੀਬ ਜ਼ਰੂਰ ਹੈਗੇ ਆ, ਅਸੀਂ ਆਪਣੀਆਂ ਇੱਜ਼ਤਾਂ ਨਹੀਂ ਵੇਚਦੇ ਹੈਗੇ, ਖਬਰਦਾਰ ਜੇ ਤੂੰ ਮੇਰੇ ਵੱਲ ਨੂੰ ਭੈੜੀ ਅੱਖ ਨਾਲ ਵੀ ਦੇਖਿਆ। ਤੇ ਆ ਕੇ ਹੁਣ ਆਪਣੇ ਜਿਹੜਾ ਮਾਤਾ ਦੀਨ ਸੀਗਾ ਭੰਗੀ, ਉਹਨੂੰ ਆ ਕੇ ਸਾਰੀ ਗੱਲ ਦੱਸੀ ਜੀ। ਜਦ ਉਹਨੂੰ ਗੱਲ ਦੱਸੀ ਤੇ ਫਿਰ ਉਹਨੇ ਆ ਕੇ ਇਹ ਗੱਲ ਜਿਹੜੀ ਆ ਮਨ 'ਚ ਰੱਖੀ ਵੀ ਕੋਈ ਨਹੀਂ ਆਪਾਂ ਕਰਦੇ ਹੈਗੇ ਆ। ਜਦ ਕਰਦੇ ਹੈਗੇ ਆ ਤਾਂ ਉਹ ਇਹਦੇ ਮਨ 'ਚ ਉਹਦੇ 'ਚ ਇਹ ਜੋ ਅਪਮਾਨ ਹੋਇਆ ਸੀ, ਇਹ ਲਾਟਾਂ ਬਲਦੀਆਂ ਸੀਗੀਆਂ ਉਹਦੇ ਅੰਦਰ। ਤਾਂ ਇੱਕ ਦਿਨ ਇੱਦਾਂ ਹੀ, ਕਿਉਂਕਿ ਉਹ ਵੀ ਸਫਾਈ ਦਾ ਉੱਥੇ ਕੰਮ ਕਰਦਾ ਸੀਗਾ, ਤੇ ਇੱਕ ਦਿਨ ਇੱਦਾਂ ਹੀ ਜਿਹੜਾ ਮਿਲਟਰੀ ਦੇ ਵਿੱਚ ਉਹ ਸਫਾਈ ਕਰਦੇ ਉਹਨੂੰ ਪਿਆਸ ਲੱਗੀ। ਜਦ ਪਿਆਸ ਲੱਗੀ ਤੇ ਉਹ ਘੜਾ ਪਾਣੀ ਦਾ ਪਿਆ ਸੀਗਾ, ਤੇ ਉਹਨੇ ਇਹਨੂੰ ਮੰਗਲ ਪਾਂਡੇ ਨੂੰ ਕਿਹਾ ਬਈ ਤੂੰ ਮੈਨੂੰ ਪਾਣੀ ਪਿਆ ਦੇ, ਕਿਉਂਕਿ ਆਪ ਨਹੀਂ ਪਾਣੀ ਪੀ ਸਕਦੇ ਸੀ। ਉਹ ਇੱਦਾਂ ਡੋਲ ਰੱਖੀ ਹੁੰਦੀ ਸੀ ਗੜਵੀ, ਉਹਦੇ ਨਾਲ ਉਹ ਪਿਆਉਂਦੇ ਸੀ। ਬਿਲਕੁਲ। ਤੇ ਉਹ ਕਹਿੰਦਾ ਤੈਨੂੰ ਨਹੀਂ ਇੱਥੋਂ ਪਾਣੀ ਮਿਲ ਸਕਦਾ ਹੈਗਾ। ਉਹਨੂੰ ਮਾਤਾ ਦੀਨ ਨੂੰ ਕਹਿੰਦਾ ਕਿਉਂ ਨਹੀਂ ਮਿਲ ਸਕਦਾ ਹੈਗਾ ਹੈ? ਕਹਿੰਦਾ ਨਹੀਂ ਮਿਲ ਸਕਦਾ, ਤੁਸੀਂ ਅਛੂਤ ਲੋਕ ਆ, ਦਲਿਤ ਲੋਕ ਹੈਗੇ ਆ, ਇਸ ਕਰਕੇ ਅਸੀਂ ਆਪਣਾ ਧਰਮ ਭ੍ਰਿਸ਼ਟ ਕਰਾਉਣਾ ਹੈਗਾ ਹੈ। ਤੇ ਉਹ ਕਹਿੰਦਾ ਵੀ ਤੁਸੀਂ ਧਰਮ ਦੀਆਂ ਗੱਲਾਂ ਕਰਦੇ ਹੈਗੇ ਆ, ਉਦੋਂ ਤੁਹਾਡਾ ਧਰਮ ਜਿਹੜਾ ਕਿ ਭ੍ਰਿਸ਼ਟ ਕਿਉਂ ਨਹੀਂ ਹੁੰਦਾ ਹੈਗਾ? ਜਦੋਂ ਤੁਸੀਂ ਕਾਰਤੂਸ ਜਿਹੜੇ ਖੋਲਦੇ ਹੈਗੇ ਆ, ਉਹਨਾਂ ਨੂੰ ਤਾਂ ਗਾਂ ਦੀ ਚਰਬੀ ਲੱਗੀ ਹੋਈ ਆ, ਸੂਰ ਦੀ ਚਰਬੀ ਲੱਗੀ ਹੋਈ ਹੈਗੀ ਆ, ਤੇ ਉਹ ਤੁਸੀਂ ਮੂੰਹ ਨਾਲ ਖੋਲਦੇ ਹੈਗੇ ਆ, ਤੇ ਉਦੋਂ ਤੋਂ ਤੁਹਾਡਾ ਧਰਮ ਭ੍ਰਿਸ਼ਟ ਕਿਉਂ ਨਹੀਂ ਹੁੰਦਾ ਹੈਗਾ? ਤੇ ਉਹ ਕਹਿੰਦਾ ਇਹ ਕਿੱਦਾਂ ਹੋ ਸਕਦਾ ਹੈਗਾ? ਚੱਲ ਕਹਿੰਦਾ ਤੈਨੂੰ ਉਹਨੇ ਜਿੱਥੇ ਕਾਰਤੂਸ ਬਣਦਾ ਸੀ ਉਹ ਫੈਕਟਰੀ 'ਚ ਉਹਨੂੰ ਲੈ ਗਿਆ ਮਾਤਾ ਜੀ, ਲਿਜਾ ਕੇ ਉਹਨੂੰ ਦਿਖਾ ਲਿਆ ਤੇ ਆਹ ਦੇਖੋ ਬਣਦੇ, ਆਹ ਦੇਖੋ ਚਰਬੀ ਕਿੱਥੋਂ ਆਉਂਦੀ ਆ, ਕਿੱਥੋਂ ਆਉਂਦੀ ਹੈਗੀ ਆ। ਜਦ ਦਿਖਾ ਲਿਆ ਤੇ ਉਹ ਮੰਗਲ ਪਾਂਡੇ ਨੇ ਆ ਕੇ ਆਪਣੇ ਬਾਕੀ ਜਿਹੜੇ ਫੌਜ ਦੇ ਵਿੱਚ ਸੀਗੇ ਬੰਦੇ, ਉਹਨਾਂ ਨੂੰ ਆ ਕੇ ਦੱਸੀ ਕਿ ਸਾਰੀ ਗੱਲ ਤਾਂ ਫਿਰ ਇਹ ਜਿਹੜਾ 1857 ਦਾ ਜਿਹੜਾ ਪਹਿਲਾ ਅੰਦੋਲਨ ਜਿਹਨੂੰ ਕਹਿੰਦੇ ਆ, ਉਹ ਉੱਥੋਂ ਸ਼ੁਰੂ ਹੁੰਦਾ ਹੈ ਜੀ। ਤੇ ਇਸ ਕਰਕੇ ਇਸ ਜਿਹੜਾ ਆਜ਼ਾਦੀ ਦਾ ਪਹਿਲਾ ਅੰਦੋਲਨ ਆ, ਉਹਦੀ ਜਿਹੜੀ ਚੰਗਿਆੜੀ ਆ ਨਾ, ਜਿਹਦਾ ਅੱਗੇ ਭੰਬੜ ਬਣਿਆ ਹੈਗਾ, ਉਹਦਾ ਜਿਹੜਾ ਮੁੱਢ ਲਾਜੋ ਤੋਂ ਤੇ ਮਾਤਾ ਦੀਨ ਭੰਗੀ ਤੋਂ ਵੱਜਿਆ ਹੈਗਾ। ਇਸ ਲਈ ਇਹ ਜਿਹੜੇ ਮਹਾਂਪੁਰਖ ਆ, ਇਹਨਾਂ ਦਾ ਇਤਿਹਾਸ ਦੇ ਵਿੱਚ ਬੜਾ ਛਾਨਾ ਮੱਤੇ ਇਤਿਹਾਸ ਹੈ। ਇਹ ਪੜ੍ਹਾਇਆ ਜਾਣਾ ਚਾਹੀਦਾ ਹੈਗਾ। ਸਾਡੀ ਇਹ ਜਿਹੜੀ ਭਾਰਤ ਦਾ ਦਲਿਤ ਇਤਿਹਾਸ ਹੈ, ਬਿਲਕੁਲ ਪੜ੍ਹਾਇਓ। ਆਹ ਜਿਹੜਾ ਸਾਡਾ ਭਾਰਤ ਦਾ ਦਲਿਤ ਇਤਿਹਾਸ ਹੈ, ਹੋਰ ਵੀ ਅਸੀਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹੈਗੀਆਂ, ਤੇ ਇਹਨਾਂ ਦੇ ਵਿੱਚ ਅਸੀਂ ਸਾਰੇ ਇਹ ਜਿਹੜੀਆਂ ਇਤਿਹਾਸਕ ਗੱਲਾਂ ਆ ਉਹਨਾਂ ਨੂੰ ਵੀ ਜ਼ਿਕਰ ਕੀਤਾ ਹੈਗਾ। ਤੇ ਇਸ ਕਰਕੇ ਇਹ ਸਾਡਾ ਜਿਹੜਾ ਸਾਰਾ ਸਮਾਜ ਹੈ, ਉਹਨੂੰ ਆਪਣਾ ਜਿਹੜਾ ਸਾਹਿਤ ਇਤਿਹਾਸ ਜਿਹੜਾ ਹੈ ਉਹਨੂੰ ਪੜ੍ਹਨਾ ਚਾਹੀਦਾ ਹੈ। ਬਿਲਕੁਲ ਜੀ, ਸਾਹਿਤ ਇਤਿਹਾਸ ਨੂੰ ਪੜ੍ਹਨ ਦੀ ਲੋੜ ਆ। ਗੱਲ ਆਪਾਂ ਸਫਾਈ ਮਜ਼ਦੂਰਾਂ ਦੀ ਕਰ ਰਹੇ ਸੀਗੇ, ਤੇ ਨਾਲ ਸਾਡੇ
ਇਸੇ ਸਮਾਜ ਦੇ ਵਿੱਚੋਂ ਕਿਸ ਤਰੀਕੇ ਸਾਡੇ ਯੋਧਿਆਂ ਨੇ ਸੰਘਰਸ਼ ਕੀਤਾ ਹੈ, ਉਹ ਸਾਨੂੰ ਜਾਣਨ ਦੀ ਬੜੀ ਲੋੜ ਹੈ। ਇਕੱਲੇ ਅਸੀਂ ਸਫਾਈ ਸੇਵਕ ਹੀ ਨਹੀਂ, ਇਹ ਠੀਕ ਹੈ ਕਿੱਤਾ ਹੋਣਾ ਚਾਹੀਦਾ, ਕੋਈ ਵੀ ਕਿੱਤਾ ਛੋਟਾ ਜਾਂ ਵੱਡਾ ਨਹੀਂ ਹੁੰਦਾ, ਪਰ ਆਪਣੇ ਹੱਕਾਂ ਤੇ ਅਧਿਕਾਰਾਂ ਤੋਂ ਵੀ ਵਾਕਫ ਹੋਣ ਦੀ ਲੋੜ ਹੈ। ਕੀ ਕਹਿਣਾ ਚਾਹੋਗੇ ਆਖਰ ਤੇ ਇਹਨਾਂ ਦੇ ਅਧਿਕਾਰ ਹੱਕ ਕਿੱਦਾਂ ਦੇ ਹੋਣੇ ਚਾਹੀਦੇ ਨੇ? ਦੇਖੋ ਅਸੀਂ ਤਾਂ ਇਹੋ ਹੀ ਕਹਿੰਦੇ ਹੈਗੇ ਆ ਬਈ ਪਹਿਲਾਂ ਤਾਂ ਇਹ ਜਿਹੜਾ ਸਫਾਈ ਦਾ ਕਿੱਤਾ ਹੈਗਾ ਜੀ, ਇਹਨੂੰ ਡਿਫੈਂਸ ਸਰਵਿਸ ਜਿਹੜੀਆਂ ਡਿਕਲੇਅਰ ਕੀਤਾ ਜਾਏ ਜੀ ਬਈ ਜਿੱਦਾਂ ਹੁਣ ਜਿਹੜੇ ਡਿਫੈਂਸ ਦੇ ਵਿੱਚ ਜੋ ਕੁਝ ਕੁਰਬਾਨੀ ਸ਼ਹੀਦ ਹੁੰਦੇ ਸਾਡੇ ਨੌਜਵਾਨ, ਉਹਨਾਂ ਨੂੰ ਮਿਲਦਾ, ਇਹਨਾਂ ਨੂੰ ਵੀ ਇਹ ਸਮਾਜ ਦੇ ਸੁਰੱਖਿਅਤ ਹੈਗੇ, ਸਮਾਜ ਦੀ ਰੱਖਿਆ ਕਰਦੇ ਹੈਗੇ, ਇਹਨਾਂ ਨੂੰ ਵੀ ਮਿਲਣਾ ਚਾਹੀਦਾ ਹੈਗਾ। ਔਰ ਜਿੱਦਾਂ ਇਹਨਾਂ ਨੂੰ ਹੁਣ ਦੇਖੋ ਸਰਕਾਰਾਂ ਜਿਹੜੀਆਂ ਆ, ਇੱਕ ਸ਼ਹੀਦ ਹੋਣ ਤੇ ਬਾਰਡਰ ਤੇ ਉਹਨੂੰ ਕਰੋੜ ਰੁਪਈਆ ਦਿੱਤਾ ਜਾਂਦਾ ਹੈਗਾ, ਤੇ ਇਹ ਸਮਾਜ ਦੇ ਲਈ ਸੀਵਰਾਂ ਦੇ ਵਿੱਚ ਸ਼ਹੀਦ ਹੁੰਦੇ ਹੈਗੇ ਆ। ਤੇ ਨਹੀਂ ਤਾਂ ਜੇ ਇਹ ਇੱਕ ਹਫ਼ਤੇ ਲਈ ਕੰਮ ਬੰਦ ਕਰ ਦੇਣ, ਗੰਦਗੀ ਉਠਾਉਣਾ ਗੋੜਾ ਜੀ ਬੰਦ ਕਰ ਦੇਣ, ਤਾਂ ਇਹ ਹਫ਼ਤੇ ਦੇ ਵਿੱਚ ਸਾਰਾ ਸਮਾਜ ਤਹਿਸ਼ ਨਹਿਸ਼ ਹੋ ਜਾਊਗਾ, ਬਿਮਾਰੀਆਂ ਫੈਲ ਜਾਣਗੀਆਂ, ਮਰ ਜਾਣਗੇ ਸਾਰੇ ਲੋਕ। ਇਸ ਕਰਕੇ ਜਿਆਦਾ ਮਨੁੱਖਤਾ ਨੂੰ ਬਚਾਉਂਦੇ ਹੈਗੇ ਆ। ਇਹਨਾਂ ਨੂੰ ਵੀ ਜਿਹੜੇ ਸ਼ਹੀਦ ਹੁੰਦੇ ਹੈਗੇ ਆ ਸੀਵਰਾਂ ਦੇ ਵਿੱਚ, ਉਹਨਾਂ ਨੂੰ ਵੀ ਘੱਟੋ ਘੱਟ ਜਿਹੜਾ ਆ, ਹੁਣ ਪੁਲਿਸ ਵਾਲਾ ਵੀ ਕੋਈ ਸ਼ਹੀਦ ਹੁੰਦਾ ਹੈਗਾ ਤਾਂ ਉਹਨੂੰ ਵੀ ਸਰਕਾਰ ਕਰੋੜ ਰੁਪਈਆ ਦਿੰਦੀ ਹੈ, ਤੇ ਇਸ ਕਰਕੇ ਇਹਨਾਂ ਨੂੰ ਵੀ ਜਿਹੜਾ ਸੀਵਰ 'ਚ ਸ਼ਹੀਦ ਹੁੰਦੇ ਹੈਗੇ ਆ, ਉਹਨਾਂ ਨੂੰ ਘੱਟੋ ਘੱਟ 1 ਕਰੋੜ ਰੁਪਈਆ ਸਰਕਾਰਾਂ ਨੂੰ ਦੇਣਾ ਚਾਹੀਦਾ ਹੈ। ਬਿਲਕੁਲ ਜੀ, ਇਹ ਸਫਾਈ ਸੇਵਕਾਂ ਦਾ ਬੜਾ ਅਹਿਮ ਰੋਲ ਹੈ ਪੂਰੇ ਦੇਸ਼ ਭਰ ਦੇ ਵਿੱਚ। ਦੇਸ਼ ਦੀ ਆਜ਼ਾਦੀ ਦੀ ਗੱਲ ਕੀਤੀ ਸੀ ਕਿ 75ਵਾਂ ਆਜ਼ਾਦੀ ਦਿਹਾੜਾ, ਪਰ ਸਾਡੇ ਸਮਾਜ ਦੇ ਅੰਦਰ ਆਜ਼ਾਦੀ ਦਾ ਨਾਮ ਨਿਸ਼ਾਨ ਨਹੀਂ ਹੈ, ਅਜੇ ਉਹਨਾਂ ਹੀ ਹਾਲਾਤਾਂ ਦੇ ਵਿੱਚ ਗੁਜ਼ਰ ਰਹੇ ਨੇ। ਆਓ ਸੱਚੀ ਸਾਨੂੰ ਗਿਆਨ ਦੀ ਲੋੜ ਹੈ, ਜਾਗਰੂਕ ਹੋਣ ਦੀ ਲੋੜ ਹੈ, ਅੰਦੋਲਨ ਲੜਨ ਦੀ ਲੋੜ ਹੈ, ਸਾਡੇ ਰਹਿਬਰਾਂ ਦੇ ਕਹੇ ਦੇ ਮੁਤਾਬਕ ਸਾਨੂੰ ਸੰਘਰਸ਼ ਕਰਨ ਦੀ ਲੋੜ ਹੈ, ਤੇ ਸਾਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਤਦੇ ਹੀ ਅਸਲ ਆਜ਼ਾਦੀ ਆਮ ਘਰਾਂ ਦੇ ਵਿੱਚ ਆਏਗੀ। ਵਰਦੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਗੁੜਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਕਾਂਚੀ ਟੀਵੀ ਦਾ ਵੀ ਧੰਨਵਾਦ। ਬਈ ਉਹ ਜਿਹੜੇ ਇਸ ਦੇਸ਼ ਦੇ ਅਸਲੀ ਵਾਰਸ ਹੈ, ਦੇਸ਼ ਨੂੰ ਸਿਰਜਣਹਾਰੇ ਜਿਹੜੇ ਹੈਗੇ, ਉਹਨਾਂ ਦਾ ਇਤਿਹਾਸ, ਉਹਨਾਂ ਦੇ ਸਮੱਸਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੈਗੇ ਆ। ਇਸ ਲਈ ਕਾਂਚੀ ਟੀਵੀ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ, ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ। ਤੇ ਤੁਸੀਂ ਦੇਖਦੇ ਰਹੋ ਕਾਂਚੀ ਟੀਵੀ। ਜੈ ਗੁਰਦੇਵ, ਜੈ ਪੀਓ।